खालसा वाहिगुरु जी की फतेह। सतनाम धन वाहिगुरु साहिब जी। जब लो नहीं भाग लीला उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत विचार यह मथुरा, जग तारण को अवतार बनायो। जपियो जिन अर्जुन देव गुरु, फिर संकट जोन गर्भ न आयो। अंत न पावत देव सबै मुन, इंद्र महाशिव जोग करी। फुन वेद बिरंच विचार रहो, हर जाप न छाड्यो एक करी। मथुरा जन को प्रभ दीन दयाल है, संगत सृष्ट निहाल करी। रामदास गुरु जग तारण को, गुर जोत अर्जुन माहे तरी। बेशुमार अथाह अगणित अतुल, ज्यों बुलावो त्यों नानक दास बोले। साहिब सतगुरु हाजरा हजूर जहरा सहूर सर्व कला भरपूर, चबर छतर तखत दे मालक बरदो आलम शाह, राजान राज भानान भान, देवान देव उपमा महान। श्री गुरु ग्रंथ साहब महाराज जी की पावन हजूरी अंदर सुभाईमान गुरु प्यारे सत्संगी जनों, अमृत वेले दे दीवाना दी आप हाज़री भर रहे हो। अमृत बाणी का कीर्तन आप जी ने सरवण किया। आओ कथा विचार जिहड़ी लड़ीवार अरदास, जिहड़ी अरदास असी गुरु घरां दे विच गुरुद्वारियां विच भी सुणदे हां ते सिख रैत मर्यादा अनुसार हर सिख नूं करन दी ताकीद है, हिदायत है। उस अरदास दी पहली पौड़ी ते पहली पौड़ी दे विच अर्जन हर गोबिंद नूं सिमरो सिरी हर राय। गुरु अर्जुन साहब महाराज जी दे जीवन दे दर्शन कर रहे हैं, उन्हां दी बाणी दे दर्शन कर रहे हैं। भट्टां राहीं गुरु अर्जुन साहब महाराज जी दी उस्तत ये सारे दर्शन कर रहे हैं, क्योंकि गुरु गोबिंद सिंह साहब महाराज जी ने धन गुरु अर्जुन साहब महाराज जी नूं सिमरन दा हुक्म किया है कि जे सिमरन दे विच किसी दा चेता करना है तो फिर चेता धन गुरु अर्जुन साहब दा होए, किसी होर दा ना होए। जे किसी होर दा चेता है सिख कहाउण वालियां दे हिरदियां विच, ते फिर असी गुरु दे हुक्म तो आकी हो रहे हैं। आओ बख्शो असीस, जिथे कल तक लड़ी छड्डी सी, अज वो लड़ी अगाह तोरीए। गुरु अर्जुन साहब महाराज जी दे जीवन नूं दोहिता, बाणी का बोहिता
ਜਿਹੜੀਆਂ ਬਖਸ਼ਿਸ਼ਾਂ ਨਾਨਾ ਗੁਰੂ ਤੋਂ ਮਿਲੀਆਂ, ਜਿਹੜੀਆਂ ਬਖਸ਼ਿਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲੀਆਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧੰਨ ਗੁਰੂ ਨਾਨਕ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਤੱਕ ਤੇ ਗੁਰੂ ਰਾਮਦਾਸ ਜੀ ਦਾ ਖਜ਼ਾਨਾ ਗੁਰੂ ਅਰਜੁਨ ਸਾਹਿਬ ਜੀ ਦੀ ਝੋਲੀ ਪਿਆ। ਤੇ ਫਿਰ ਗੁਰੂ ਅਰਜੁਨ ਸਾਹਿਬ ਜੀ ਨੇ ਬਾਣੀ ਸਭ ਤੋਂ ਜ਼ਿਆਦਾ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਸੰਪਾਦਨਾ ਕਰਕੇ ਇਹ ਆਖ ਦਿੱਤਾ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਆਓ ਜੀ ਇਸ ਖਜ਼ਾਨੇ ਦੇ ਦਰਸ਼ਨ ਕਰੀਏ, ਕਿਉਂਕਿ ਗੁਰੂ ਅਰਜੁਨ ਸਾਹਿਬ ਜੀ ਨੂੰ ਦਰਸ਼ਨ ਕੀਤਿਆਂ ਪੂਰਨ ਸਜਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਨੂੰ ਹੈ। ਕਿਉਂਕਿ ਆਪ ਬਾਣੀ ਕੇ ਬੋਹਿਤੇ ਨੇ, ਆਪ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਦੀ ਬਖਸ਼ੀਸ਼ ਨੇ। ਇਹਨਾਂ ਕੁ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਸ੍ਰੀ ਗੁਰੂ ਅਰਜੁਨ ਸਾਹਿਬ ਜੀ ਅੰਦਰ ਟਿਕਾ ਬਖਸ਼ਣ ਤੇ ਸਿਮਰਨ ਬਖਸ਼ਣ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਫਤਿਹ ਅਰਜ਼ ਕਰੋ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਬਾਬਤ ਭੱਟਾਂ ਨੇ ਜਿਹੜਾ ਪਹਿਲਾ ਸਵਈਆ ਲਿਖਿਆ ਗੁਰੂ ਅਰਜੁਨ ਸਾਹਿਬ ਜੀ ਦੀ ਸ਼ੋਭਾ ਦੇ ਵਿੱਚ, ਉਹ ਵੀ ਇਹੀ ਸਵਈਆ ਲਿਖਿਆ ਕਿ ਗੁਰੂ ਅਰਜੁਨ ਸਾਹਿਬ ਇਸ ਧਰਤੀ ਤੇ ਐਸੀ ਬਰਕਤ ਬਖਸ਼ਿਸ਼ ਰਹਿਮਤ ਤੇ ਬੜੀ ਉਸ ਕਰਤਾਰ ਕੁਦਰਤ ਦੀ ਇੱਕ ਐਸੀ ਦਾਤ ਨੇ ਜਿਸ ਦਾਤ ਨੂੰ ਸਿਮਰਨ ਤੋਂ ਬਿਨਾਂ ਜੀਵਿਆ ਹੀ ਨਹੀਂ ਜਾ ਸਕਦਾ। ਇਹ ਕਰਤਾਰ ਪ੍ਰਭੂ ਨੇ ਆਪ ਧਰਤੀ ਤੇ ਗੁਰੂ ਅਰਜੁਨ ਸਾਹਿਬ ਜੀ ਨੂੰ ਭੇਜਿਆ, ਪਰ ਇਸ ਪ੍ਰਭੂ ਵਾਹਿਗੁਰੂ ਜੀ ਦੇ ਇਸ ਹੁਕਮ ਦੇ ਵਿੱਚ ਜਦ ਗੁਰੂ ਅਰਜੁਨ ਸਾਹਿਬ ਇਸ ਧਰਤੀ ਤੇ ਆਏ ਤੇ ਦੁਨੀਆ ਦੇ ਲੋਕੋ ਹੁਣ ਸਭ ਕੁਝ ਛੱਡ ਕੇ ਐਸੇ ਪੁਰਖ ਨੂੰ ਚੇਤੇ ਕਰੋ, ਸਿਮਰਨ ਸੋਈ ਪੁਰਖ ਅਚਲ ਅਬਨਾਸ਼ੀ। ਇਹ ਗੁਰੂ ਅਰਜੁਨ ਸਾਹਿਬ ਜੀ ਦੀ ਸ਼ੋਭਾ ਦੇ ਵਿੱਚ ਪਹਿਲਾ ਸਵਈਆ, ਔਰ ਪਹਿਲੇ ਸਵਈਏ ਦਾ ਪਹਿਲਾ ਅੱਖਰ ਵੀ ਸਿਮਰਨ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਰਦਾਸ ਦੇ ਵਿੱਚ ਸਾਨੂੰ ਹੁਕਮ ਕਰਦੇ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਨੂੰ ਸਿਮਰਨਾ ਹੈ, ਤੇ ਬਾਣੀ ਵੀ ਇਹੀ ਹੁਕਮ ਕਰਦੀ ਹੈ। ਪਹਿਲਾ ਸਵਈਆ ਗੁਰੂ ਅਰਜੁਨ ਸਾਹਿਬ ਜੀ ਦੀ ਉਸਤ ਦਾ ਸਿਮਰਨ, ਤੇ ਲਫ਼ਜ਼ ਵੀ ਸਿਮਰਨ ਹੈ। ਉਸ ਪੁਰਖ ਅਚਲ ਅਬਨਾਸ਼ੀ ਨੂੰ ਸਿਮਰਨ ਕਰੋ, ਜਿਹਦਾ ਸਿਮਰਨ ਕੀਤਿਆਂ ਸਾਰੀ ਦੁਰਮਤ ਮੈਲ ਤੇ ਅੰਦਰ ਦੇ ਵਿਕਾਰਾਂ ਦੀ ਖਲਾਸੀ ਹੁੰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਬਨਾਸ਼ੀ, ਜਿਸ ਸਿਮਰਤ ਦੁਰਮਤ ਮਲ ਨਾ ਸੀ, ਜਿਹਦੇ ਸਿਮਰਨ ਦੇ ਨਾਲ ਸਾਰੀ ਦੁਰਮਤ ਦਾ ਮਤਲਬ ਪਾਪਾ ਮੈਲੀ ਮਤ, ਪੁੱਠੀ ਮਤ ਦੀ ਮੈਲ ਨਾਸ ਹੁੰਦੀ ਹੈ। ਤੇ ਪੁੱਠੀ ਮਤ ਦੀ ਮੈਲ ਨਾਸ ਹੋਣ ਲਈ ਸਤ ਸੰਗਤ ਦਾ ਜ਼ਿਕਰ ਕੀਤਾ ਹੈ ਕਿ ਜੇ ਕੋਈ ਆਖੇ ਕਿ ਕੋਈ ਹੋਰ ਥਾਂ ਹੋਏ ਜਿੱਥੇ ਮਨ ਦੀ ਮੈਲ ਧੋ ਲਈ ਜਾਏ। ਤਨ ਨੂੰ ਧੋਣ ਵਾਸਤੇ ਧਰਤੀ ਤੇ 68 ਤੀਰਥ ਨੇ, ਪਰ ਉਥੇ ਮਨ ਦੀ ਮੈਲ ਨਹੀਂ ਧੁਲਦੀ। ਜੇ ਤਨ ਦੀ ਮੈਲ ਦੇ ਨਾਲ ਮਨ ਸਾਫ਼ ਹੋ ਰਿਹਾ ਹੁੰਦਾ, ਜਲ ਕੇ ਮੱਜਨ ਜੇਗਤ ਹੋਵੈ, ਨਿਤ ਨਿਤ ਮੇਢਕ ਨਹਾਵੈ, ਜੈਸੇ ਮੇਢਕ ਤੈਸੇ ਉਹ ਇਨਰ ਫਿਰ ਜੂਨੀ ਆਵੈ। ਜੇ ਤਨ ਦੀ ਮੈਲ ਦੇ ਨਾਲ ਮਨ ਸਾਫ਼ ਹੁੰਦਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਏ ਸਹੋਰ, ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ਼ ਨਿਕੋਰ। ਤੁੰਮੀ ਬੜੀ ਕੌੜੀ ਹੁੰਦੀ ਹੈ, ਤੁੰਮੀ ਦਾ ਫਲ ਬੜਾ ਕੌੜਾ ਹੁੰਦਾ ਹੈ, ਰੁੱਖਾਂ ਨੂੰ ਲੱਗਦਾ। ਅਸੀਂ ਤੇ ਤੁੰਮੀ ਨਹੀਂ ਵੇਖੀ, ਪਿੰਡਾਂ ਦੇ ਵਿੱਚ ਆਮ ਲੱਗੀ ਹੁੰਦੀ ਹੈ, ਤੁੰਮੀ ਰੁੱਖ ਨੂੰ ਲੱਗੀ ਹੁੰਦੀ ਹੈ। ਅੱਕ ਤੋਂ ਵੀ ਕੌੜੀ, ਅੱਕ ਵਰਗੀ। ਹੁਣ ਅਸੀਂ ਜੇ ਕਰੇਲੇ ਦਾ ਉਦਾਹਰਣ ਲੈ ਲਈਏ, ਕਰੇਲੇ ਨੂੰ ਸਾਰਾ ਦਿਨ ਪਾਣੀ ਦੇ ਵਿੱਚ ਭਿਉਂ ਕੇ ਰੱਖੋ ਤੇ ਕਰੇਲਾ ਅੰਦਰੋਂ ਕੋੜੇ ਦਾ ਕੋੜਾ ਹੀ ਨਿਕਲੇਗਾ। ਤੁੰਮੀ ਦਾ ਫਲ ਬਾਹਰੋਂ ਜਿੰਨਾ ਮਰਜ਼ੀ ਰਗੜ ਕੇ ਧੋਈ ਜਾਓ, ਬਾਹਰੋਂ ਧੋਤੀ ਤੁੰਮੜੀ ਅੰਦਰ ਵਿਸ਼ ਨਿਕੋਰ, ਅੰਦਰੋਂ ਉਹ ਕੌੜੀ ਦੀ ਕੌੜੀ ਹੈ। ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਜਿਨ੍ਹਾਂ ਨੇ ਆਪਣੇ ਮਨ ਦੀ ਮੈਲ ਨੂੰ ਧੋ ਲਿਆ, ਉਹਨਾਂ ਨੂੰ ਬਾਹਰ ਤੀਰਥਾਂ ਦੀ ਮਥਾਜਗੀ ਨਹੀਂ ਰਹਿੰਦੀ, ਕਿਉਂਕਿ ਮਨ ਨੂੰ ਧੋ ਕੇ ਉਹ ਤੀਰਥ ਹੀ ਬਣ ਗਏ। ਪਰ ਜਿਨ੍ਹਾਂ ਦੇ ਮਨ ਵਿੱਚ ਚੋਰ ਹੈ, ਵਿਕਾਰ ਨੇ, ਗਫਲਤ ਹੈ, ਉਹ ਮਹਾਰਾਜ ਕਹਿੰਦੇ ਬਾਹਰੋਂ ਨਹਾ ਕੇ ਵੀ, ਬਾਹਰੋਂ ਇਸ਼ਨਾਨ ਕਰ ਕੇ ਵੀ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੋਰ ਸੇ ਚੋਰਾ ਚੋਰ, ਉਹ ਵਿਕਾਰਾਂ ਦੇ ਵਿੱਚ ਹੀ ਰਹਿਣਗੇ। ਸਿਮਰਨ ਸੋਈ ਪੁਰਖ ਅਚਲ ਅਬਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ।
ਜਿਹਦੇ ਸਿਮਰਨ ਦੇ ਵਿੱਚ ਪਾਪਾਂ ਦੀ ਮੈਲ ਖਤਮ ਹੁੰਦੀ ਹੈ। ਤੇ ਪਾਪਾਂ ਦੀ ਮੈਲ ਖਤਮ ਕਰਨ ਲਈ ਗੁਰੂ ਅਰਜਨ ਸਾਹਿਬ ਦਾ ਬਚਨ, ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਭਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸੰਭਾਰਿਆ। ਜਦ ਤੂੰ ਗੁਰੂ ਅਰਜਨ ਸਾਹਿਬ ਨੂੰ ਸਿਮਰਨ ਕਰੇਗਾ ਨਾ, ਆਪਣੇ ਪਾਪਾਂ ਦੇ ਇਕੱਠੇ ਕੀਤੇ ਹੋਏ ਜਿੰਨੇ ਵੀ ਗਫਲਤ ਵਾਲੇ ਕਰਮ ਨੇ ਉਹਦੇ ਵੱਲ ਨਾ ਵੇਖੀ, ਤੂੰ ਗੁਰੂ ਅਰਜਨ ਸਾਹਿਬ ਦੇ ਬਿਰਦ ਵੱਲ ਵੇਖੀ। ਤੇਰੇ ਕੀਤੇ ਹੋਏ ਪਾਪਾਂ ਦੀਆਂ ਪੰਡਾਂ ਨਾਲੋਂ, ਪਾਪਾਂ ਦੀਆਂ ਲਕੀਰਾਂ ਨਾਲੋਂ ਗੁਰੂ ਅਰਜਨ ਸਾਹਿਬ ਜੀ ਦਾ ਬਿਰਦ ਵੱਡਾ ਹੈ। ਕਰੋੜਾਂ ਵੀ ਪਾਪ ਕਰਕੇ ਆਏਗਾ ਤੇ ਗੁਰੂ ਅਰਜਨ ਸਾਹਿਬ ਸਾਰੀ ਸ੍ਰਿਸ਼ਟੀ ਦਾ ਪਾਪ ਧੋਣ ਵਾਲਾ ਹੈ। ਉਹ ਵਾਹਿਗੁਰੂ ਜੀ ਦੀ ਬਰਕਤ ਹੈ। ਪਤਾ ਨਹੀਂ ਕਿਆ ਕਿ ਜਿਸ ਸਿਮਰਤ ਦੁਰਮਤ ਮਲ ਨਾਸੀ, ਕਿਉਂਕਿ ਦੁਰਮਤ ਦੀ ਮੈਲ, ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸੰਭਾਰਿਆ, ਹੋਈ ਰਾਜੇ ਰਾਮ ਕੀ ਰਖਵਾਰੀ। ਜੇ ਕਿਸੇ ਦੀ ਸ਼ਰਨ ਵਿੱਚ ਆਉਣਾ ਹੈ ਤੇ ਐਸੇ ਦੀ ਸ਼ਰਨ ਵਿੱਚ ਆਓ ਜਿਹਨੂੰ ਕਿਸੇ ਹੋਰ ਦੀ ਸ਼ਰਨ ਦੀ ਭੁੱਖ ਨਹੀਂ ਹੁੰਦੀ, ਕਿਸੇ ਹੋਰ ਦੀ ਸ਼ਰਨ ਤੇ ਆਸਰੇ ਦੀ ਮੁਤਾਜਗੀ ਨਹੀਂ ਹੁੰਦੀ। ਉਹ ਹੈ ਵਾਹਿਗੁਰੂ ਜੀ ਦੀ ਸ਼ਰਨ। ਹੋਈ ਰਾਜੇ ਰਾਮ ਕੀ ਰਖਵਾਰੀ, ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ। ਗੁਰੂ ਅਰਜਨ ਸਾਹਿਬ ਕਹਿੰਦੇ ਪਤਿਤ ਉਦਾਹਰਣ ਸਤਿਗੁਰ ਮੇਰਾ। ਇਹ ਇਸ਼ਾਰਾ ਹੈ ਗੁਰੂ ਰਾਮਦਾਸ ਜੀ ਵੱਲ। ਇਹ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਆਦਿ ਗੁਰੂ ਵੱਲ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਵੱਲ। ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਨੂੰ ਇੰਨੀ ਕੁ ਸ਼ਿੱਦਤ ਦੇ ਨਾਲ ਸਿਮਰਨ ਕਰਦੇ ਨੇ ਕਿ ਜਿਸ ਤਰ੍ਹਾਂ ਇੱਕ ਮੱਛੀ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ। ਉਹ ਜੀਵਨ ਮਰਨ ਵਿਸਰਨ, ਪਰ ਉਹਨੂੰ ਪਾਣੀ ਨਹੀਂ ਵਿਸਰਦਾ ਜਨਮ ਮਰਨ ਦੇ ਵਿੱਚ ਵੀ। ਇਹਨੂੰ ਕਿਹਾ ਰਹਿੰਦੇ ਗੁਰ ਦਰਿਆਓ ਵਿੱਚ ਭਾਈ ਗੁਰਦਾਸ, ਮੀਨ ਕੁਲੀਨ ਹੇਤ ਨਿਰਬਾਨੀ। ਗੁਰੂ ਅਰਜਨ ਸਾਹਿਬ ਦੀ ਪ੍ਰੀਤ ਗੁਰੂ ਰਾਮਦਾਸ ਨਾਲ, ਵਾਹਿਗੁਰੂ ਨਾਲ ਇਵੇਂ ਹੈ ਜਿਵੇਂ ਮੱਛੀ ਦਰਿਆ ਦੇ ਵਿੱਚ ਰਹਿ ਕੇ ਸੁੱਖ ਮਾਣਦੀ ਹੈ। ਇਸ ਤਰ੍ਹਾਂ ਦੀ ਪ੍ਰੀਤ ਗੁਰੂ ਕੇ ਸਿੱਖੋ, ਗੁਰੂ ਨਾਲ ਕਰੋ। ਕਿਉਂਕਿ ਗੁਰੂ ਕੌਣ ਹੈ? ਸਾਰੇ ਜਪੋ ਪਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਉਹ ਸੱਚਾ ਸਾਹਿਬ ਸਭ ਨੂੰ ਬਖਸ਼ਣ ਵਾਲਾ ਹੈ। ਇਸ ਕਰਕੇ ਉਹਦਾ ਸਿਮਰਨ। ਤੇ ਫਿਰ ਇਹ ਜ਼ਿਕਰ ਵੀ ਕੀਤਾ ਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਭਗਤ ਦਾ ਰੂਪ ਲੈ ਕੇ ਗੁਰੂ ਅਰਜਨ ਸਾਹਿਬ ਜੀ ਉਤਰ ਕੇ ਆਏ ਨੇ। ਤੇ ਇਹ ਵੀ ਆਖਿਆ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਬਾਣੀ ਦਾ ਪਹਿਲਾ ਹੀ ਸਵਈਆ ਭੱਟਾਂ ਦਾ ਗੁਰੂ ਅਰਜਨ ਸਾਹਿਬ ਦੀ ਸ਼ੋਭਾ ਦੇ ਵਿੱਚ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਅਸੀਂ ਸੋਚਦੇ ਹਾਂ ਸਾਡੇ ਦਾਦਿਆਂ ਕੋਲ ਹਜ਼ਾਰਾਂ ਸੀ, ਸਾਡੇ ਪਿਤਾ ਨੇ ਲੱਖਾਂ ਕਮਾਏ ਤੇ ਸਾਡੇ ਕੋਲ ਹੁਣ ਕਰੋੜਾਂ ਨੇ, ਸਾਡਾ ਵਾਅਦਾ ਹੋਇਆ। ਗੁਰੂ ਅਰਜਨ ਸਾਹਿਬ ਕਹਿੰਦੇ ਚਲੋ ਭਲਾ ਹੈ, ਦੁਨੀਆ ਦੇ ਵਿੱਚ 10 ਨੌਆਂ ਦੀ ਕਿਰਤ ਕਰਕੇ, ਮਸ਼ੱਕਤ ਕਰਕੇ, ਇਮਾਨਦਾਰੀ ਨਾਲ ਤੁਸੀਂ ਵਾਅਦਾ ਕੀਤਾ, ਪਰ ਯਾਦ ਰੱਖਿਓ ਵਾਅਦਾ ਤੇ ਉਹ ਹੈ ਜੇ ਦੁਨਿਆਵੀ ਧਨ ਇਕੱਠਾ ਕਰ ਲਿਆ ਤੇ ਇਹ ਨਿਭਣ ਵਾਲਾ ਨਹੀਂ ਹੈ। ਇੱਕ ਐਸੇ ਧਨ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰਦੇ ਨੇ ਜਿਹੜਾ ਸਾਰੀ ਉਮਰ ਨਿਭਦਾ। ਉਹ ਧਨ ਹੈ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿੱਟਾ ਖਜ਼ਾਨਾ। ਇਹ ਖਜ਼ਾਨਾ ਹੈ ਪੀਊ ਦਾਦੇ ਕਾ, ਇਹ ਬਖਸ਼ਿਸ਼ ਹੈ ਨਾਮ ਦੇ ਖਜ਼ਾਨੇ ਦੀ। ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਦੀ ਮਾਇਆ ਜਿੰਨੀ ਮਰਜ਼ੀ ਇਕੱਠੀ ਕਰ ਲਓ ਭਾਈ, ਇਹਨੇ ਛੱਡ ਜਾਣਾ। ਕਾਕੀ ਮਾਈ ਬਾਪ ਕਾਕੋ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਗੌੜੀ ਮਹੱਲਾ 5ਵਾਂ ਦਾ ਬਚਨ ਹੈ। ਨਾ ਮਾਂ ਨਿਭਣ ਵਾਲੀ ਤੇ ਮਾਂ ਨਾ ਬਾਪ, ਤੇ ਨਾ ਉਹਨਾਂ ਦੀਆਂ ਕਮਾਈਆਂ ਹੋਈਆਂ ਦੌਲਤਾਂ ਸਦਾ ਨਾਲ ਰਹਿਣ ਵਾਲੀਆਂ ਨੇ। ਕਹਿੰਦੇ ਇਹ ਸਾਰੋ ਪਸਾਰੋ ਝੂਠੋ, ਸਤਿਗੁਰੂ ਜੀ ਕਹਿੰਦੇ। ਤੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਏ। ਤੇ ਕੋਈ ਵਿਰਲਾ ਬੁੱਝਦਾ ਹੈ ਕਿ ਗੁਰੂ ਨਾਨਕ ਸਾਹਿਬ ਮਾਇਆ ਨੂੰ ਤਿਆਗਣ ਦਾ ਜ਼ਿਕਰ ਨਹੀਂ ਕਰ ਰਹੇ। ਗੁਰੂ ਨਾਨਕ ਸਾਹਿਬ ਮਾਇਆ ਦੇ ਮੋਹ ਨੂੰ ਤਿਆਗਣ ਦਾ ਜ਼ਿਕਰ ਕਰ ਰਹੇ ਨੇ। ਇਹ ਮਾਇਆ, ਇਨ ਮਾਇਆ ਜਗ ਮੋਹਿਆ, ਜਗਤ ਦੇ ਮੋਹ ਦੇ ਵਿੱਚ ਕਦੀ ਵੀ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਆਇਆ ਹੀ ਨਹੀਂ। ਜੇ ਜਗਤ ਨੂੰ ਮੋਹ ਪਿਆ ਤੇ ਦੁਨਿਆਵੀ ਮਾਇਆ ਦਾ ਪਿਆ। ਤੇ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਕਿ ਬਾਬਾ ਇਹ ਮਾਇਆ ਨਿਭਣ ਵਾਲੀ ਨਹੀਂ, ਮੈਂ ਐਸੀ ਤੁਹਾਨੂੰ ਬਖਸ਼ਿਸ਼ ਦੇਣਾ ਜਿਹੜੀ ਬਖਸ਼ਿਸ਼ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ता मेरा मन भया निधाना। देखो फिर पढ़ो बचन, हम धनवंत भागट सच नाए, हर गुण गावह सहज सुभाए, पीऊ दादे का खोल डिठा खजाना। अही कहने हैं दादियां ने हज़ारां कमाए, पिता ने लख ते असी करोड़ां अरबां तक पहुँच गया। वादा गुरु अर्जुन साहब वादा ते तां सी जे दादा अमृत वेला साਂਭਦਾ ਸੀ, जे बापू बाणी दे विच सानू लड़ ला के गया साडा पिता, ते पुत्र नू सारा दिन सिमरन करना चाहिए, सारा दिन बाणी दे विच जुड़ना चाहिए। ये वादा ये भी नाल सी, क्योंकि साडे बजुर्ग तुसी जिन्ने बैठे हो, मैं दावे नाल कह सकदा कि तुहाडे बजुर्ग बड़ी बंदगी इबादत वाले होणगे, क्योंकि जिहड़ा ये समा आया इस समय ने सच्ची मुच्ची माया दे मोह नू प्रबल कीता है ते दुनिया विच गफलत पैदा कीती है। पर महाराज कहंदे ये खजाना नाल नहीं, नाल निभण वाला सुनो की है। गुरु अर्जुन साहब जी नू इसलिए सिमरना है क्योंकि गुरु अर्जुन साहब आप उस वाहिगुरू दा सिमरन कर रहे ने। सिमरो सिमर सिमर सुख पावो, सास सास संभाले। गुरु अर्जुन साहब ये नहीं कह रहे कि अद्धा घंटा घंटा पढ़ लो, बाणी दे विच मन टिका लो ते सुरखरू हो जाओ। गुरु अर्जुन साहब कहते हुण वेला सास सास सिमरन करन दा है, हुण इस खजाने नूं हिरदे च सदा ही वसाउण वाला है। सिमरो सिमर सिमर सुख पावो, सास सास संभाले, ए लोक परलोक संग सहाई, जत कत मोहे रखवाले। असी कहने हैं लोक विच ते माया निभदी है, महाराज कहते माया भी वो निभदी है जिहड़ी माया जेब विच है, जिहड़ी माया अपने कोल है। असी कह दईए नहीं जी साढ़े कोल करोड़ां रुपए के कागज़ पे ने, बई वो कागज़ टुटन भन्नणगे ते तां तेरे कोल दिनां महीनियां बाद पैसा आएगा। असी कहने साढ़े कोल बॉन्ड पे ने, साड़ा पैसा करोड़ां अरबां खरबां रुपए बैंकां विच पिया। सियाणे पुरख ये कहंदे है कि पैसा गंढ ते गुरबाणी कंठ, ये दो चीज़ां ही निभदियां ने। भलिया पुरुष पैसा तेरे कोल जिन्ना जेब च है, खड़े पैर तेनू उही काम आने वाला है। ते बाणी जेड़ी तू कंठ कीती हुई है पढ़ पढ़ के, दुखां सुखां दे विच तेरी उही निभण वाली है। ये नहीं मेरे घर ते गुटके भी पए ने, मेरे घर ते सैंचियां भी ने, पोथियां भी ने, टीके भी ने, मैं ते महाराज जी दा प्रकाश भी कीता होया घरां विच। महाराज कहंदे असल गल ते प्रकाश दी उस दिन होएगी जिस दिन बाणी कंठ करके इस बाणी दा प्रकाश हिरदे विच होएगा। गुरु अर्जुन साहब जी का बचन इस करके गुरु अर्जुन साहब जी नूं अज मैं सिर्फ गुरु अर्जुन साहब जी की बाणी दे विचों, क्योंकि गुरु अर्जुन साहब जी ने जिहड़े शब्द उचारे उन्हां शब्दां विचों गुरु अर्जुन साहब जी के हिरदे दे दर्शन होणगे, वेदना नूं समझ सकांगे। महाराज कहंदे है कि सिखो शब्द प्यारिओ, जन्म मरण की टेक। इस बाणी नूं सिखना है, सिखो दा मतलब है कंठ करना, ਇਹਦੇ ਅਰਥਾਂ ਨੂੰ ਵਿਚਾਰਨਾ। ਇਹ ਨਹੀਂ ਕਿ ਆਏ रुमाले ਦੇ ਵਿੱਚ ਢਕੇ ਹੋਏ ਮਹਾਰਾਜ ਦੇ ਦੀਦਾਰ ਕੀਤੇ, परिक्रमा ਕੀਤੀ जी हो गए दर्शन, मथा टेक आया। नहीं, जिन्ना चिर तक इस खजाने नूं खोल के पढ़ के विचार के स्मृतियां विच विसा के नहीं गुरु का सिख जीवन का दिन बतीत करेगा, उन्ना चिर तक महाराज कहते हैं कि सिख दे जीवन विच सास सास संभाले की जुगत नहीं शुरू होनी, क्योंकि इनू सिखना पैना है। दुनिया की दौलत नाल है तो कदी भी वरती ची जा सकती है, और अजकल वरतना बड़ा सौखा है। अजकल साढ़े कोल दुनिया की दौलत वरतनी बड़ी सौखी है। कहते क्यों? कहते मोबाइल फोन कड्डांगा, 10 किन्ने लख देने हैं, मैं हुणे तेरा ट्रांसफर करा देना खड़े पैर, भावें मेरी जेब खाली है। तो फिर मोबाइल दुनिया की मनी ट्रांजैक्शन कर सकता है, तो जब बाणी पढ़नी होए लिया मैं हुणे मोबाइल तो कड्डां, वो नहीं भलिया। दुनिया की दौलत कड्ढण लई तू मोबाइल कढ़, पर बाणी दे शब्द नूं अपने हिरदे अंदर कंठ कर। जद शब्द निकले तो तेरे हिरदे विचों निकले, तां ये दौलत तेरे नाल निभण वाली है। इन्नी कमाई कर दौलत राही माया दी, भाव कि दौलत विच जुड़दियां माया दा भी मोह है, पर माया दे मोह दे नाल पार ब्रह्म परमेश्वर दा ज्ञान ते ध्यान तेरे अंदर आए। इनू क्या सिखो शब्द प्यारिओ, जन्म मरण की टेक। ये आसरा है, जन्म तो लैके मरण तक असी कहते हैं पैसा साढ़े नाल निभेगा, पर महाराज कहते मरण तो बाद पैसा नहीं निभेगा।
जन्म मरण की टेक आसरा, मरण तो बाद भी जिहड़ी टेक होएगी वो तेरे नाल बाणी दी होएगी। जन्म मरण की टेक मुख उजल सदा सुखी, नानक सिमृत एक। एक ते तेरा मुख उजल होएगा लोक विच भी परलोक विच भी। एक ते तू दुनिया दे इस दुखां सुखां दी हनेरियां भवसागर दियां लहरां विचों सुख रूप तरेगा। कोई इहदे विच झूठ नहीं है। गुरु अर्जुन साहब का कोई एक दिन दिखा दो सुखां वाला, बड़ा बहुत ज़्यादा। महाराज जी देखो, सके भरा दी बगावत, सुलही खां सुलभी खां, गुरु हरगोबिंद साहब जी दे हमले, भावें सके भरा ने भतीज ते हमले कीते। सतगुरु गुरु अर्जुन साहब जी चेचक दा रोग पुत्र गुरु हरगोबिंद साहब उत्ते, उतों बगावतां भावें एक नहीं, जहांगीर ने नक्शबंदियां नूं गुरु अर्जुन साहब जी के खिलाफ खड़ा कर दिता। शेख अहमद सरहंदी, शेख अहमद बुखारी, जिन्हों ने रज के गुरु अर्जुन साहब का कूड़ प्रचार करना शुरू कर दिता। जिन्हों ने सखी सरवर वर्गे जेड़े उत्थों आए ईरान के इलाके तो, जिन्हों असी कहने बगदाद तो शेख अहमद सरहंदी 1300 उठ के पाकिस्तान आया। पाकिस्तान की धरती ते इन्हें अपनी मजार बनाई ते उथे जेड़े पंजाबी लोग सन ते उन्होंने टूने टप्पियां विच पा के कहंदा जे तुसी सिर नहीं झुकाओगे तो तुहाडा गर्क कर दांगा मैं बेड़ा, डरा के कि जे इत्थे नहीं आएगा, जे इत्थों एवें लंघ गया तो उहदे गड्डे पलट जाणगे, जे इत्थे सिर झुका के नहीं गए तो भस्म हो जाओगे अग्गां दे विच। ये पंजाबी लोग पंजाब दे जेड़ा आया बगदाद की धरती तो सी 1311 दे विच, वो आके इन्हें सब तो पहला अपना सखी सरवर का मजार डेरा बनाया पाकिस्तान की धरती ते। ते इहदा प्रभाव वधाउण वास्ते जहांगीर ने शेख अहमद सरहंदी, शेख अहमद बुखारी खड़े करते कि किसी तरह गुरु अर्जुन की दुकान बंद करो। मैं अखर वरत रहा जिहड़ा तुज़की जहांगीर दे विच वरतिया गया कि ये दुकान चल रही है जिहड़ी, बहुत भैड़े बड़े माड़े ते बड़े निंदणयोग लफ्ज़ वरते जहांगीर ने। खैर गुरु अर्जुन साहब जी महाराज जी की अजमत वड्डी है। देखो पाकिस्तान की धरती ते वो सखी सरवर बैठा है ते जिन्हों पूजन वास्ते हुशियारपुर की धरती तो एक गुरु का सिख जिहड़ा आने वाले समय च बनेगा जिहदा नाम मंझ है, वो तुरदा पाकिस्तान जत्था लैके। किन्ने बंदियां दा? उस उहदे जत्थे दे विच 4000 सखी सरवर है। वो पिंड दा चौधरी है, उन्हें घर विच मजार भी बनाई है ते सखी सरवरां दा खास करके दुआबे का सरदार मनिया जाता है। जे दुआबे विच सखी सरवरां की कोई बात है तो भाई मंझ सरदार है उन्हों का। भाई मंझ उत्थे जाता है तो जब रस्ते च वापस आ रहा होंदा है, अजमत सुनी होंदी है गुरु अर्जुन साहब की, कहंदा मैं अजमत वेख के आवां, क्योंकि गुरु रामदास जी ने सरोवर बनाया, गुरु रामदास जी ने ये नगरी वसाई, बड़ा सोहना रौनकी इलाका बनया होया, डिठे सभे थां। और ये भी जिक्र है हर हाँ नानक घसमल जाए नहाया रामदास सर। हुण इस धरती ते घर की बस्त घरै रहावै, केड़ी बैठा सोढ़ी पातशाह रामदास सतगुरु कहावै। फिर ये रामदास तो फिर आई घर अर्जुन है, पुत संसारी गुरु कहावै दा सच वरतिया है। घर की बस्त घरै रहावै दा सच वरतिया है, क्योंकि सुनिया सी गुरु नानक साहब बाबत आख्या पुत्री कौल ना पालियो दा जिक्र आया कि ए जिक्र किया कि पुत्र नहीं। गुरु अंगद साहब जी का जिक्र आया कि उथे भी पुत्र नहीं। जद जिक्र किया गया दातू ते दासू का, वो भी कबूल नहीं होए। इत्थों तक गुरु अमरदास महाराज जी मोहरी ते मोहन का जिक्र करते हैं तो रामकली सद विच आख्या मोहन नहीं मनिया पर मोहरी मन गया सी। मोहरी पुत सन्मुख हुआ रामदास है पैरी पाए जियो। भावें उन्हें पर कोई करे बखीली निवै नाई। हुण ये बखीली का इशारा किस वल सी बाबा सुंदर का? ये इशारा सी पुत्र मोहन वाल। पुत्र मोहन नहीं सी झुकिया, वो नहीं सी निभदा। फिर गुरु रामदास जी दे पैरी आप गुरु अमरदास जी ने बांह फड़ के लवाया कि ये तो बिना तुहाडा सरना नहीं है। हुण शरीर नहीं कि कला तुसी कहो कि बापू गुरु अमरदास सच्चा पातशाह शरीर करके नहीं, हुण शरीर गुरु रामदास का होएगा पर ये अंदर गुरु अमरदास आप विराजमान होएगा। एक रामकली सद दे विच जिक्र किया। हुण जद ये अजमत सुनी मंझ ने कि घर की बस्त घरै रहावै
ਇਹ ਸੁਣਿਆ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿਉਂਕਿ ਇਹ ਰੀਤ ਇਹ ਪ੍ਰੀਤ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਭਾਈ ਗੁਰਦਾਸ ਕਹਿੰਦੇ ਪੁੱਤ ਸੰਸਾਰੀ ਕੋਈ ਗੁਰੂ ਨਹੀਂ ਕਹਾਇਆ ਗਿਆ, ਨਾ ਗੁਰੂ ਨਾਨਕ ਸਾਹਿਬ ਦਾ ਪੁੱਤ ਸੰਸਾਰੀ ਗੁਰੂ, ਨਾ ਗੁਰੂ ਅੰਗਦ ਸਾਹਿਬ ਦਾ, ਨਾ ਗੁਰੂ ਅਮਰਦਾਸ ਤੇ ਨਾ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਹਾਂ ਜੇ ਪੁੱਤ ਸੰਸਾਰੀ ਗੁਰੂ ਕਹਾਇਆ ਤੇ ਗੁਰੂ ਰਾਮਦਾਸ ਜੀ ਦਾ ਕਹਾਇਆ। ਇਸ ਕਰਕੇ ਇਹ ਰੀਤ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋਈ ਤੇ ਫਿਰ ਇਹ ਰੀਤ ਰੁਕੀ ਨਹੀਂ। ਕਹਿੰਦੇ ਇਸ ਰੀਤ ਨੂੰ ਐਸੇ ਭਾਗ ਲੱਗੇ ਜਿਹੜਾ ਬੀਜ ਬੋਇਆ, ਕਹਿੰਦੇ ਹੁਣ ਇਸ ਤੋਂ ਬਾਅਦ ਪੁੱਤ ਸੰਸਾਰੀ ਗੁਰੂ ਦੀ ਰੀਤ ਤੋੜ ਦਿੱਤੀ। ਇਸ ਕਾਰਨ ਕਿ ਜਿੱਥੇ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਪੁੱਤ ਸੰਸਾਰੀ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਭਾਵੇਂ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਰਾਏ ਸਾਹਿਬ ਪੁੱਤ ਸੰਸਾਰੀ ਗੁਰੂ, ਗੁਰੂ ਹਰਰਾਏ ਸਾਹਿਬ ਜੀ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਪੁੱਤ ਸੰਸਾਰੀ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਪੁੱਤ ਸੰਸਾਰੀ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤ ਸੰਸਾਰੀ ਗੁਰੂ। ਉਹ ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀ ਰੀਤ ਸ਼ੁਰੂ ਕੀਤੀ ਹੈ, ਗੁਰੂ ਅਰਜਨ ਸਾਹਿਬ ਦੇ ਸਿਮਰਨ ਤੋਂ ਬਿਨਾਂ ਸਿੱਖ ਤੇਰੀ ਬੰਦ ਖਲਾਸੀ ਨਹੀਂ ਹੋਣੀ। ਕਿਉਂਕਿ ਜਿਹੜੀ ਰੀਤ ਜਿਹੜੀ ਲਕੀਰ ਇਸ ਧਰਤੀ ਤੇ ਗੁਰੂ ਅਰਜਨ ਸਾਹਿਬ ਖਿੱਚ ਗਿਆ, ਕੋਈ ਨਹੀਂ ਖਿੱਚ ਸਕਿਆ, ਕੋਈ ਨਹੀਂ ਕਰ ਸਕਿਆ। ਧੰਨ ਗੁਰੂ ਅਰਜਨ ਸਾਹਿਬ ਦੀ ਅਜ਼ਮਤ ਸੁਣ ਕੇ ਮੰਝ ਆਇਆ, ਮਹਾਰਾਜ ਜੀ ਬੜੀ ਅਜ਼ਮਤ ਸੁਣੀ ਹੈ ਤੇ ਇੱਥੇ ਸੁਣਿਆ ਕਿ ਸਿੱਖੀ ਦੀ ਦਾਤ ਤੁਹਾਡੇ ਦਰ ਤੋਂ ਮਿਲਦੀ ਹੈ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਗੁਰੂ ਅਰਜਨ ਸਾਹਿਬ ਨੇ ਕਿਹਾ ਵੇ ਮੰਝ ਐਵੇਂ ਨਹੀਂ ਹੁੰਦਾ, ਇਹ ਦੋ ਦੂਣੀ ਚਾਰ ਵਾਂਗ ਨਹੀਂ ਮਿਲਦੀਆਂ ਦਾਤਾਂ, ਚਲੇ ਜਾਓ ਕੋਈ ਨਹੀਂ, ਤੁਸੀਂ ਆਇਓ ਘੁੰਮਣ ਫਿਰਨ ਦੇਖਣ ਲਈ, ਆਨੰਦ ਲਓ, ਪ੍ਰਸ਼ਾਦਾ ਛਕੋ, ਦਰਸ਼ਨ ਪਰਸਨ ਕਰੋ, ਸੰਗਤ ਕਰੋ, ਕੀਰਤਨ ਸੁਣੋ, ਤੁਰੋ। ਫਿਰ ਉਹਨੇ ਕਿਹਾ ਮਹਾਰਾਜ ਤੁਸੀਂ ਬਖਸ਼ਿਸ਼ ਕਰੋ ਸਿੱਖੀ। ਫਿਰ ਸਤਿਗੁਰੂ ਜੀ ਨੇ ਬਚਨ ਬਖਸ਼ਿਆ ਵੇ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਆ ਜਿਹੜਾ ਬਚਨ ਹੈ ਗੁਰੂ ਅਰਜਨ ਸਾਹਿਬ ਦਾ ਕੀਤਾ ਹੋਇਆ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਦਾ ਸਿਮਰਨ ਕਰਨ ਵਾਲਿਓ, ਅੱਜ ਵੀ ਪੰਜਾਬ ਦੀ ਧਰਤੀ ਤੇ ਨਕਸ਼ਬੰਦੀ ਅਹਿਮਦ ਬੁਖਾਰੀ ਦੇ ਡੇਰਿਆਂ ਤੇ ਸਿੱਖ ਜਾ ਕੇ ਖੀਰ ਚੜਾਉਂਦੇ ਨੇ, ਮੈਨੂੰ ਖਿਮਾ ਬਖਸ਼ਿਓ। ਅੱਜ ਵੀ ਪੰਜਾਬੀ ਖੀਰ ਚੜਾਉਂਦੇ ਨੇ ਉੱਥੇ ਜਾ ਕੇ। ਅੱਜ ਵੀ ਸਖੀ ਸਰਵਰ ਨਕੋਦਰ ਦੀ ਧਰਤੀ ਤੇ ਪੱਗਾਂ ਵਾਲੇ ਤੁਰੇ ਹੋਏ ਨੇ, ਬਈ ਜਿੱਥੇ ਨਹੀਂ ਬਣਦਾ ਚਲੋ ਇੱਥੇ ਵੀ ਹੋ ਆਈਏ। ਉਹ ਗੁਰੂ ਕੇ ਸਿੱਖੋ ਹੈਰਾਨੀ ਆਪਣੇ ਮਨ ਦੇ ਅੰਦਰ ਸੋਚੋ, ਜਿਨ੍ਹਾਂ ਘਰਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਨੂੰ ਢਾਉਣ ਦਾ ਯਤਨ ਕੀਤਾ, ਅਸੀਂ ਉਹਨਾਂ ਦਾ ਸਿਮਰਨ ਆਪਣੇ ਮਨ 'ਚ ਕਿਵੇਂ ਲਿਆ ਸਕਦੇ ਹਾਂ? ਥੋੜੇ ਜਿਹੇ ਸੁਚੇਤ ਹੋਈਏ, ਗੁਰੂ ਗੋਬਿੰਦ ਸਿੰਘ ਦਾ ਹੁਕਮ ਮੰਨੀਏ। ਅੱਜ ਵੀ ਜਾ ਕੇ ਸਿੱਖ ਉੱਥੇ ਖੀਰ ਚੜਾਉਂਦੇ ਨੇ। ਅੱਜ ਵੀ ਅਸੀਂ ਤੁਰੇ ਹੋਏ ਹਾਂ ਕਿਹੜੇ ਕਿਹੜੇ ਪਾਸੇ। ਆ ਸਖੀ ਸਰਵਰ ਦੀ ਰੀਤ ਅੱਜ ਵੀ ਚੱਲ ਰਹੀ ਹੈ ਜਿਹੜੀ ਨਕੋਦਰ, ਮੈਨੂੰ ਕਹਿਣ 'ਚ ਕੋਈ ਡਰ ਨਹੀਂ, ਮੈਂ ਸਪਸ਼ਟ ਕਹਿਣਾ, ਕਿਉਂਕਿ ਇਹ ਗੁਰੂ ਘਰ ਦੇ ਦੋਖੀ ਹੋਏ ਨੇ। ਇਹਨਾਂ ਨੇ ਗੁਰੂ ਘਰ ਦੀ ਅਜ਼ਮਤ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜੇ ਇਕੱਲਾ ਅਸੀਂ ਚੰਦੂ ਖੜਾ ਕਰ ਦਈਏ ਬਿਲਕੁਲ ਢੁਕਦਾ ਨਹੀਂ। ਸ਼ੇਖ ਅਹਿਮਦ ਸਰਹੰਦੀ ਸਭ ਤੋਂ ਵੱਡਾ ਹੈ, ਸ਼ੇਖ ਅਹਿਮਦ ਬੁਖਾਰੀ ਤੇ ਸਖੀ ਸਰਵਰਾਂ ਦੀ ਬਗਾਵਤ ਸਭ ਤੋਂ ਵੱਡੀ ਹੈ। ਉਹ ਸਖੀ ਸਰਵਰ ਜਿਹੜਾ ਮਾਝੇ ਭਾਵ ਕਿ ਜਿਹੜਾ ਦੁਆਬੇ ਦੀ ਧਰਤੀ ਤੋਂ ਭਾਈ ਮੰਝ ਹਜ਼ਾਰਾਂ ਦੀ ਗਿਣਤੀ ਲੈ ਕੇ ਕਾਫਲਾ ਤੁਰਦਾ ਸੀ ਪਾਕਿਸਤਾਨ ਵੱਲ, ਤੇ ਕਿੱਡੀ ਅਜ਼ਮਤ ਹੋਏਗੀ ਉਹਦੀ। ਉਹ ਜਿਹੜਾ ਮਾਝੇ ਦੀ ਧਰਤੀ ਤੇ ਜਿਹਨੂੰ ਭਾਈ ਇਹ ਗੁਰੂ ਕੇ ਸਿੱਖ ਨੂੰ ਆਖਿਆ, ਇੱਕ ਦੇਖੋ ਤਿੰਨ ਬਣਾਏ ਗੁਰੂ ਕੇ ਸਿੱਖ ਪਿਆਰੇ, ਮਾਝੇ ਮਾਲਵੇ ਤੇ ਦੁਆਬੇ ਵਿੱਚੋਂ। ਦੁਆਬੇ ਦੀ ਧਰਤੀ ਤੋਂ ਭਾਈ ਮੰਝ ਤੇ ਮਾਲਵੇ ਦੀ ਧਰਤੀ ਤੋਂ ਭਾਈ ਬਹਿਲੋ ਸਭ ਤੋਂ ਪਹਿਲੋ, ਤੇ ਮਾਝੇ ਦੀ ਧਰਤੀ ਤੇ ਭਾਈ ਲੱਧਾ। ਇਹ ਬਾਬਾ ਲੱਧਾ ਜਿਹੜੇ ਇਹ ਤਿੰਨ ਸਨ, ਇਹ ਸਖੀ ਸਰਵਰਾਂ ਦੇ ਮੋਢੀ ਸਨ। ਇੱਥੋਂ ਤੱਕ ਮਾਝੇ ਦੀ ਧਰਤੀ ਤੋਂ ਲੱਧਾ 1 ਲੱਖ ਰੁਪਇਆ ਰੋਜ਼ ਦਾ ਟੈਕਸ, ਇੱਕ ਮਹੀਨੇ ਦਾ ਟੈਕਸ ਭਰਦਾ ਸੀ ਕਿ ਸਾਰੇ ਉਹਦੇ ਇਲਾਕੇ ਦੇ ਜਿੰਨੇ ਪਿੰਡ ਸੀ 9 ਪਿੰਡਾਂ ਦਾ ਉਹ ਸਰਦਾਰ ਸੀ ਸਖੀ ਸਰਵਰਾਂ ਦਾ। ਜਦ ਗੁਰੂ ਅਰਜਨ ਸਾਹਿਬ ਨੇ ਕਿਹਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਭਾਈ ਮੰਝ ਕਹਿੰਦਾ ਸਮਝ ਨਹੀਂ ਆਇਆ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਤੇਰੇ ਮਨ 'ਚ ਇੱਕੋ ਦਾ ਸਿਮਰਨ ਹੋ ਸਕਦਾ, ਜਾਂ ਸਿਮਰਨ ਤੂੰ ਸਖੀ ਸਰਵਰਾਂ ਦਾ ਕਰ ਸਕਦਾ ਹੈ ਤੇ ਜਾਂ ਫਿਰ ਗੁਰੂ ਘਰ ਦਾ ਕਰ ਸਕਦਾ ਹੈ, ਦੋਨਾਂ ਦਾ ਨਹੀਂ ਹੋ ਸਕਦਾ। ਤੇ ਅੱਜ ਵੀ ਅਸੀਂ ਦੇਖੀਏ ਅਸੀਂ ਕਿਹੜੇ ਗੁਰੂ ਨੂੰ ਗੁਰੂ ਜੀ ਬਣਾ ਕੇ ਸਿਮਰਨ ਕਰ ਰਹੇ ਹਾਂ। ਮੈਂ ਫਿਰ ਹੱਥ ਜੋੜ ਕੇ ਆਖਾਂ ਸਿੱਖ ਹਾਂ ਅਸੀਂ, ਤੇ ਗੁਰੂ ਕਾ ਸਿੱਖ ਜੇ ਸਿਮਰਨ ਦੇ ਵਿੱਚ ਕਿਸੇ ਨੂੰ ਰੱਖੇ, ਸਿਮਰਨ ਸੋਈ ਪੁਰਖ ਅਚਲ ਅਬਨਾਸ਼ੀ, ਅਚਲ ਅਬਨਾਸ਼ੀ ਜੇ ਸਿਮਰਤ ਦੁਰਮਤ ਮਲਨਾਸੀ। ਉਸ ਗੁਰੂ ਦਾ ਸਿਮਰਨ ਕਰੀਏ ਜਿਹਨੂੰ ਭੱਟ ਜੀ ਕਹਿੰਦੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣ। ਜੇ ਕਿਸੇ ਨੂੰ ਠੇਸ ਲੱਗਦੀ ਮੈਂ ਮਾਫੀ ਮੰਗਦਾ, ਮੈਂ ਸਾਰਿਆਂ ਨੂੰ ਨਹੀਂ ਆਖਦਾ, ਪਰ ਜਿਹੜਾ ਗੁਰੂ ਕਾ ਸਿੱਖ ਹੈ, ਗੁਰੂ ਕਾ ਕਹਾਉਣ ਵਾਲਾ ਨਹੀਂ ਜੀ ਅਸੀਂ ਸਿੱਖ ਤੇ ਹਾਂ ਪਰ ਅਸੀਂ ਰਹਿਤ ਨਹੀਂ ਮੰਨਦੇ, ਇਹਦਾ ਮਤਲਬ ਬਖੀਲੀ ਹੈ ਨਾ ਮਨ 'ਚ।
ਇਹਦਾ ਮਤਲਬ ਮਨ 'ਚ ਤੌਖਲਾ ਹੈ, ਮਨ ਵਿੱਚ ਹਜੇ ਦੁਰਮਤ ਹੈ ਜਿਹੜੀ ਕਹਿੰਦੇ ਜੀ ਅਸੀਂ ਹਜੇ ਗੁਰੂ ਕੀ। ਤੇ ਗੁਰੂ ਅਰਜੁਨ ਸਾਹਿਬ ਨੇ ਕੀ ਕਿਹਾ? ਸਾਹਿਬ ਜੀ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ। ਇੱਕੋ ਸ਼ਬਦ ਦੇ ਸਿਮਰਨ ਨੂੰ ਕਿਹਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ ਸਾਥ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਕਿਸੇ ਹੋਰ ਦਾ ਸਿਮਰਨ ਨਾ ਹੋਏ, ਗੁਰੂ ਕੇ ਸਿੱਖਾ ਤੇਰੇ ਮਨ 'ਚ ਸਿਮਰਨ ਹੋਏ ਤੇ ਗੁਰੂ ਅਰਜੁਨ ਸਾਹਿਬ ਦਾ। ਤੇ ਉਹ ਗੁਰੂ ਅਰਜੁਨ ਸਾਹਿਬ ਜਿਹੜਾ ਬਾਣੀ ਕਾ ਬੋਹਿਤ ਹੈ, ਜੇ ਧੰਨ ਗੁਰੂ ਅਰਜੁਨ ਆਖੇਗਾ ਤੇ ਤੇਰੇ ਅੰਦਰ ਬਾਣੀ ਦੇ ਦਰਿਆ ਵਗਣ ਲੱਗ ਜਾਣਗੇ। ਬਾਣੀ ਸਰਸ਼ ਨਹੀਂ ਜੀ ਨਹੀਂ, ਉੱਥੇ ਵੀ ਤੇ ਬਾਣੀ ਪੜੀ ਜਾਂਦੀ ਹੈ ਜੀ, ਉੱਥੇ ਵੀ ਗੁਰਬਾਣੀ ਪੜ੍ਹਦੇ ਆ, ਅਸੀਂ ਇਸ ਲਈ ਚਲੇ ਗਏ। ਉਹ ਨਹੀਂ, ਗੁਰੂ ਕੇ ਸਿੱਖੋ, ਜਿਹੜਾ ਬਾਣੀ ਦਾ ਬੋਹਿਤ ਹੈ, ਜਿਹੜਾ ਚਸ਼ਮਾ ਹੈ, ਉਹ ਤੇ ਗੁਰੂ ਅਰਜੁਨ ਹੀ ਹੈ ਨਾ। ਸਤਿਗੁਰੂ ਗੁਰੂ ਅਰਜੁਨ ਸਾਹਿਬ ਨੇ, ਜਿਹਦੇ ਵਿੱਚੋਂ ਸੋਮਾ ਨਿਕਲਿਆ ਹੋਇਆ। ਤੁਸੀਂ ਐਵੇਂ ਛੱਪੜਾਂ 'ਚ ਜਾ ਕੇ ਕਿੰਨਾ ਕੁ ਆਨੰਦ ਮਾਣ ਲੋਗੇ। ਉਹਦਾ ਸਿਮਰਨ ਕਰਿਓ। ਗੁਰੂ ਅਰਜੁਨ ਸਾਹਿਬ ਜੀ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹੜਾ ਆਪ ਮੁਜਸਮ ਹੈ, ਜਿਹਦੇ ਵਿੱਚੋਂ ਦਾਤਾਂ ਨਿਕਲੀਆਂ, ਜਿਹਨੂੰ ਮਹਾਰਾਜ ਜੀ ਨੇ ਕਿਹਾ ਇਹ ਖਜ਼ਾਨਾ ਜਿਹੜਾ ਹੈ ਨਾ, ਇਹਨੂੰ ਇਹ ਕਦੀ ਵੀ ਨਹੀਂ ਖੋਇਆ ਜਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਕਹਿੰਦੇ ਤੂੰ ਇਵੇਂ ਸਿਮਰਨ ਕਰ ਜਿਵੇਂ ਸਿਮਰਨ ਇੱਕ ਬੱਚਾ ਆਪਣੀ ਭੁੱਖ ਲੱਗਣ ਲੱਗਿਆ ਮਾਂ ਨੂੰ ਰੋ ਕੇ, ਭਾਵੇਂ ਬਾਪ ਚੱਕੇ, ਚਾਚਾ ਚੱਕੇ, ਤਾਇਆ ਚੱਕੇ, ਇਹ ਸਭ ਬੇਗਾਨੇ ਹੋਣਗੇ। ਉਹ ਕਹੇ ਨਾ ਕਿ ਮੇਰੇ ਲਈ ਇਹ ਫਲਾਣਾ, ਇਹ ਵੀ ਗੁਰੂ ਜੀ ਹੈ, ਇਹ ਵੀ ਉਹ ਗੁਰੂ ਕੇ ਸਿੱਖਾ ਤੇਰੇ ਲਈ ਤਾਏ ਚਾਚੇ ਹੋ ਸਕਦੇ ਨੇ, ਪਰ ਜਿਹੜਾ ਤੇਰਾ ਆਧਾਰ ਹੈ ਉਹ ਤੇਰੇ ਮਾਂ ਗੁਰੂ ਕੋਲ ਹੀ ਹੈ, ਗੁਰੂ ਅਰਜੁਨ ਸਾਹਿਬ ਕੋਲ। ਉਹ ਯਾਦ ਰੱਖੀ, ਤੈਨੂੰ ਤਰਵਾਸ ਜਿਹੜਾ ਮਿਲਣਾ ਹੈ ਨਾ, ਕਿ ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਖੀਰਾ ਦਾ ਮਤਲਬ ਹੈ ਖੀਰ, ਦੁੱਧ। ਕਿ ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਇੱਕ ਗੱਲ ਯਾਦ ਗੁਰੂ ਅਰਜੁਨ ਸਾਹਿਬ ਜੀ ਨੇ ਬਾਰ-ਬਾਰ ਕਰਾਈ ਕਿ ਉਸ ਸੱਚੇ ਨਾਲ ਜੁੜੀ ਜਿਹਦਾ ਨਾਮ ਤੇਰੇ ਲਈ ਆਧਾਰ ਹੈ। ਅੰਧਲੇ ਕੋਟਿਕ ਮਾਤ ਦੂਧ ਜੈਸੇ ਬਾਲੇ। ਤੇ ਗੁਰੂ ਅਰਜੁਨ ਸਾਹਿਬ ਜੀ ਇਹ ਵੀ ਤੇ ਕਹਿੰਦੇ ਆ ਕਿ ਤੁਸੀਂ ਦੁਨੀਆ ਦੇ ਬੰਦੇ ਕਹਾਉਣ ਵਾਲੇ ਹੋ, ਸਿਆਣੇ ਕਹਾਉਣ ਵਾਲੇ ਹੋ, ਕਿ ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ। ਨਹੀਂ ਜੀ ਨਹੀਂ, ਕਾਰੋਬਾਰ ਚੱਲ ਪਏ ਸਾਡੇ, ਦੁਕਾਨਾਂ ਚੱਲ ਪਈਆਂ ਸਾਡੀਆਂ, ਅਸੀਂ ਇਸ ਲਈ ਹੈ ਉੱਥੇ ਵੀ। ਉਹ ਭਲਿਆ ਦੁਨੀਆ ਦਾ ਧਨ ਤੈਨੂੰ ਦੇ ਦੇਗਾ ਗੁਰੂ ਅਰਜੁਨ ਸਾਹਿਬ, ਪਰਵਾਹ ਨਾ ਕਰੀ। ਪਰ ਇਹ ਵਾਲਾ ਧਨ ਜਿਹੜਾ ਹੈ ਨਾ, ਇਹ ਗੁਰੂ ਅਰਜੁਨ ਸਾਹਿਬ ਤੋਂ ਹੀ ਮਿਲਣਾ ਹੈ। ਜਿਹਨੂੰ ਕਿਹਾ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਾ ਰਲ ਮਿਲ ਭਾਈ, ਟੋਟ ਨਾ ਆਵੈ ਵੱਧਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਰਹਿਆ ਰਲਾਏ। ਕੋਈ ਵਿਰਲਾ ਹੈ ਜਿਹੜਾ ਇਸ ਖਜ਼ਾਨੇ ਨੂੰ ਆਪਣੇ ਹਿਰਦੇ 'ਚ ਵਸਾਏਗਾ। ਪਰ ਵਸਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸਿਮਰਨ ਦੇ ਵਿੱਚ ਗੁਰੂ ਅਰਜੁਨ ਸਾਹਿਬ ਜੀ ਨੂੰ ਲਿਆਉਣਾ ਪਏਗਾ। ਜਿਨੇ ਇਹ ਆਖ ਦਿੱਤਾ ਊਡੇ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਿਉਂਕਿ ਉਹਦੇ ਸਿਮਰਨ ਦੇ ਵਿੱਚ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ। ਹਾਂ, ਇਹ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅੰਤ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇਹ ਇਸ ਘਰ ਦੀ ਅਜ਼ਮਤ ਕੋਈ ਛੋਟੀ ਨਹੀਂ ਹੈ। ਭਾਈ ਮੰਝ ਕਹਿੰਦਾ ਮਹਾਰਾਜ ਸਿੱਖੀ ਤੇ ਸਿੱਖੀ ਕਿਵੇਂ ਨਹੀਂ ਟਿਕ ਸਕਦੀ। ਮਹਾਰਾਜ ਕਹਿੰਦੇ ਇੱਕ ਮਿਆਨ 'ਚ 2 ਤਲਵਾਰਾਂ ਕਿਵੇਂ ਰੱਖੇਗਾ, ਇੱਕ ਸੁਰਤ ਦੇ ਵਿੱਚ 2 ਮੁਰਸ਼ਿਦਾਂ ਨੂੰ ਕਿਵੇਂ ਟਿਕਾਏਗਾ, ਜਾਂ ਉਹ ਟਿਕਾ ਲੈ ਜਾਂ ਇਹ ਟਿਕਾ ਲੈ। ਤੇ ਕਹਿੰਦਾ ਮਹਾਰਾਜ ਫਿਰ ਇਹ ਟਿਕਾਉਣ ਵਾਸਤੇ ਕੀ ਕਰਨਾ ਪਏਗਾ। ਮਹਾਰਾਜ ਕਹਿੰਦੇ ਉਹ ਭੰਨਣਾ ਪਏਗਾ ਸਾਰਾ ਕੁਝ ਜਿਹੜਾ ਬਣਾ ਕੇ ਆਇਆ, ਜਿਹੜਾ ਸਿਰਜਿਆ ਹੋਇਆ, ਸਭ ਕੁਝ ਭੰਨ ਦਿੱਤਾ। ਗੁਰੂ ਨੇ ਪ੍ਰੀਖਿਆ ਲਈ, ਭਾਈ ਮੰਝ ਨੂੰ ਪਤਾ ਕੀ ਦਾਤ ਦਿੱਤੀ। ਗੁਰੂ ਅਰਜੁਨ ਸਾਹਿਬ ਕਹਿੰਦੇ ਦੇਖੋ ਗੁਰੂ ਕੇ ਸਿੱਖੋ, ਭੱਟਾਂ ਨੇ ਗੁਰੂ ਅਰਜੁਨ ਸਾਹਿਬ ਸਾਡੇ ਲਈ ਜਿਹੜੇ ਲਫ਼ਜ਼ ਵਰਤੇ ਨੇ ਉਹ ਇਹ ਲਫ਼ਜ਼ ਵਰਤੇ ਨੇ, ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰੋ। ਸਾਡੇ ਲਈ ਇਹ ਲਫ਼ਜ਼ ਵਰਤੇ ਨੇ ਕਿ ਅਸੀਂ ਇਸ ਕਲਯੁਗ ਤੇ ਜਹਾਜ਼ ਜਿਹੜਾ ਵੀ ਸਵਾਰ ਹੋਏਗਾ ਤਰ ਜਾਏਗਾ। ਪਰ ਅੱਜ ਤੋਂ ਬਾਅਦ ਭਾਈ ਮੰਝ ਅਸੀਂ ਵੀ ਤੈਨੂੰ ਕਲਯੁਗ ਦਾ ਜਹਾਜ਼ ਬਣਾਉਂਦੇ ਹਾਂ,
ਜਿਹੜੇ ਤੇਰੀਆਂ ਸਾਖੀਆਂ ਤੇਰੀ ਸਿੱਖੀ ਦੀਆਂ ਬਾਤਾਂ ਪਾਏਗਾ ਉਹ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਤੇਰੇ ਨਾਮ ਲਿਆਂ ਵੀ ਤੇਰੀਆਂ ਸਾਖੀਆਂ ਤੇਰੀਆਂ ਗਾਥਾਂ ਕੀਤੀਆਂ ਵੀ ਸੰਗਤ ਵਿੱਚ ਸਿੱਖਾਂ ਦੇ ਹਿਰਦੇ ਵਿੱਚ ਧਰਵਾਸ ਆਏਗਾ। ਮੈਂ ਫਿਰ ਕਹਿ ਦਾਂ ਪਿੰਡ ਦਾ ਚੌਧਰੀ ਸੀ। ਇਹ ਗਾਥਾ ਮੈਂ 3 ਦਿਨ ਪਹਿਲਾਂ ਸ਼ਾਮ ਨੂੰ ਕਥਾ ਕੀਤੀ ਸੀ ਭਾਈ ਮੰਝ ਦੀ। ਫਿਰ ਮੈਂ ਦੁਹਰਾ ਦਾਂ, ਜੇ ਸੁਣੀ ਹੈ ਤੇ ਮੈਨੂੰ ਬਖਸ਼ਿਓ ਕਿ ਭਾਈ ਮੰਝ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਣੀ। ਮਨ ਸਾਫ਼ ਹੋ ਗਿਆ, ਘਰ ਜਾ ਕੇ ਮਜ਼ਾਰ ਵੀ ਢਾਤੀ। ਸਖੀ ਸਰਵਰ ਇਹਦੇ ਪਿੱਛੇ ਬਹੁਤ ਹਜ਼ਾਰਾਂ ਲੱਗੇ ਹੋਏ ਸਨ। ਇਹ ਚੌਧਰੀ ਸੀ, ਪੈਸਾ ਧੇਲਾ ਇਹਦੇ ਕੋਲ ਬੜੀ ਸੀ, ਜ਼ਮੀਨਾਂ ਵੀ ਬਹੁਤ ਸਨ। ਇਹਨੇ ਕੀ ਕੀਤਾ ਕਿ ਸਖੀ ਸਰਵਰਾਂ ਨੂੰ ਨਾਲ ਜੋੜਨ ਵਾਸਤੇ ਇਹਨੇ ਲੋਕਾਂ ਨੂੰ ਉਧਾਰ ਦੇਣਾ ਸ਼ੁਰੂ ਕੀਤਾ ਸੀ। ਇਹਨੇ ਉਸ ਵੇਲੇ ਲੱਖਾਂ ਰੁਪਏ ਦਾ ਉਧਾਰ ਦਿੱਤਾ। ਪਰ ਜਦ ਇਹ ਸਖੀ ਸਰਵਰਾਂ ਨੂੰ ਛੱਡ ਗਿਆ, ਜਿਹੜੇ ਲੋਕਾਂ ਨੇ ਇਹਦਾ ਉਧਾਰ ਦੇਣਾ ਸੀ ਉਹ ਵੀ ਮੁਕਰ ਗਏ ਕਿ ਹੁਣ ਅਸੀਂ ਤੇਰਾ ਉਧਾਰ ਨਹੀਂ ਦਿੰਦੇ ਕਿਉਂਕਿ ਤੂੰ ਸਖੀ ਸਰਵਰ ਨਹੀਂ ਰਿਹਾ। ਇਹਦੇ ਲੱਖਾਂ ਰੁਪਏ ਡੁੱਬੇ। ਲੋਕਾਂ ਨੇ ਇਹਦੇ ਜ਼ਮੀਨਾਂ ਉੱਤੇ ਵੀ ਕਬਜ਼ੇ ਕਰਨੇ ਸ਼ੁਰੂ ਕੀਤੇ। ਇੱਥੋਂ ਤੱਕ ਨੌਬਤ ਆ ਗਈ ਕਿ ਘਰ 'ਚ ਚੁੱਲ੍ਹਾ ਨਾ ਬਲੇ। ਇਹਦੀ ਘਰਵਾਲੀ ਤੇ ਇਹਦੀ ਧੀ ਨੂੰ ਲੋਕਾਂ ਦੇ ਘਰੀ ਘਰੀ ਜਾ ਕੇ ਭਾਂਡੇ ਵੀ ਮਾਂਜਣੇ ਪਏ ਨੇ। ਇਹ ਉਹ ਹੈ ਪਿੰਡ ਦਾ ਚੌਧਰੀ ਜਿਹਦੀ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਦੇ ਵਿੱਚ ਤੂਤੀ ਬੋਲਦੀ ਸੀ, ਜਿਹਦਾ ਸਰਕਾਰੇ ਦਰਬਾਰੇ ਨਾਮ ਗੂੰਜਦਾ ਸੀ ਕਿ ਜੇ ਕੋਈ ਮੰਝਦੀ, ਕਿਉਂਕਿ ਅਸੀਂ ਕਹਿੰਦੇ ਆ ਨਾ ਕਿ ਅੱਜ ਅਪਰੋਚ ਕਿਸੇ ਚੀਜ਼ ਦੀ, ਉਸ ਵੇਲੇ ਇਹਨਾਂ ਲੋਕਾਂ ਦੀ ਬੜੀ ਵੱਜਦੀ ਸੀ ਸਰਕਾਰੀ ਦਰਬਾਰ ਦੇ ਵਿੱਚ। ਭਾਈ ਮੰਝ ਦੀ ਬੜੀ ਸਿਫਾਰਿਸ਼ਾਂ ਸੀ। ਪਰ ਜਦ ਸੁਣਿਆ ਕਿ ਇਹ ਗੁਰੂ ਕਾ ਹੋ ਗਿਆ, ਸਰਕਾਰੀ ਦਰਬਾਰ ਨੇ ਵੀ ਇਹਦੇ ਉੱਤੇ ਮਾੜੀ ਨਜ਼ਰ ਕਰ ਦਿੱਤੀ। ਲੁੱਟ ਖਸੁੱਟ ਸ਼ੁਰੂ ਹੋਈ। ਪਰ ਗੁਰੂ ਅਰਜਨ ਸਾਹਿਬ ਨੇ ਹੁਕਮਨਾਮਾ ਭੇਜਿਆ, ਮੰਝ ਡੋਲਣਾ ਨਹੀਂ। ਜਿੱਥੇ ਉਹ ਸਾਰਾ ਕੁਝ ਛੱਡ ਕੇ ਅੰਮ੍ਰਿਤਸਰ ਪਹੁੰਚੋ। ਖੁਸ਼ੀ ਨਾਲ ਪਹੁੰਚਿਆ, ਗੁਰੂ ਕੇ ਘਰ ਦੀ ਸੇਵਾ ਕੀਤੀ। ਮਹਾਰਾਜ ਜੀ ਨੇ ਪੂਰਨ ਐਨ ਪਰਖ ਕੇ, ਕਿਉਂਕਿ ਗੁਰੂ ਅਰਜਨ ਸਾਹਿਬ ਇਕੱਲੇ ਬੰਦਗੀ ਦੇ ਮੁਜੱਸਮੇ ਨਹੀਂ, ਯਾਦ ਰੱਖਿਓ ਸੂਰਮਾ ਬਣਾਉਣ ਵਾਲੇ ਵੀ ਨੇ, ਘੜਨ ਵਾਲੇ ਵੀ ਨੇ। ਕਹਿੰਦੇ ਮੈਂ ਤੁਹਾਡੇ ਸਿਰ ਤੇ ਰੱਬ ਦੀ ਬੰਦਗੀ ਦਾ ਐਸਾ ਦੁਮਾਲਾ ਤੇ ਐਸਾ ਫਰਲਾ ਸਜਾਵਾਂਗਾ ਕਿ ਰੱਬ ਦੀ ਦਰਗਾਹ ਤੇ ਜਾਓਗੇ ਤੇ ਸਾਰੇ ਵੇਖਣਗੇ ਕਿ ਇਹ ਆਇਆ ਕੌਣ ਹੈ। ਹਉ ਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਅੱਜ ਨਿਹੰਗ ਸਿੰਘ ਦੁਮਾਲਿਆਂ ਦੀ ਗੱਲ ਕਰਦੇ ਆ। ਗੁਰੂ ਅਰਜਨ ਸਾਹਿਬ ਉਸ ਵੇਲੇ ਸੂਰਮਤਾਈ ਦੀ ਗੱਲ ਕਰਦੇ ਆ ਕਿ ਮੇਰਾ ਸਿੱਖ ਜਿਹੜਾ ਸੱਚੇ ਪ੍ਰਭੂ ਦਾ ਸਿਮਰਨ ਕਰੇਗਾ, ਕੱਲਾ ਉਹ ਭਗਤ ਨਹੀਂ ਹੋਏਗਾ, ਕੱਲਾ ਉਹ ਸਿਮਰਨ ਕਰਨ ਵਾਲਾ ਨਹੀਂ ਹੋਏਗਾ, ਉਹ ਇਸ ਧਰਤੀ ਦਾ ਸੂਰਮਾ ਵੀ ਹੋਏਗਾ, ਜਿਹਨੇ 5 ਸੂਰਬੀਰਾਂ ਨੂੰ ਜਿੱਤਿਆ ਹੋਏਗਾ, ਜਿਨ੍ਹਾਂ ਨੇ 5 ਵੈਰੀਆਂ ਨੂੰ ਜਿੱਤਿਆ ਹੋਏਗਾ। ਸਰਵਰ ਪੰਖੀ ਹੇਖੜੋ ਫਾਹੀ ਵਾਲ 50, ਇਹ ਮਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਜਿਹਨੂੰ ਮਹਾਰਾਜ ਜੀ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸੂਰਮਾ ਬਣਾਇਆ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆਂ, ਦੇ ਬੈਠਾ ਵੇਖੈ ਆਪ ਜੀਓ। ਵਾਹਿਗੁਰੂ ਆਪ ਬਖਸ਼ਿਸ਼ਾਂ ਦੇਣ ਵਾਲਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜੇ ਇਉਂ ਸਿਮਰਨ ਕਰੋਗੇ। ਫਿਰ ਅੱਗੇ ਜ਼ਿਕਰ ਕੀਤਾ, ਵਾਕ ਵਾਕ ਵੱਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨਿਹਤੇ 5 ਜੁਆਨ ਮੈਂ ਗੁਰਥਾਪੀ ਦਿੱਤੀ, ਕੰਡ ਜਿਉ। ਆ ਗੁਰੂ ਕੇ ਸਿੱਖਾ ਇਉਂ ਸਿਮਰਨ ਕਰ, ਮੈਂ ਤੈਨੂੰ ਸੂਰਮਾ ਬਣਾਵਾਂ। ਇੱਕ ਖਿੰਨ ਵਿੱਚ ਆਪਣੇ ਵਿਕਾਰਾਂ ਨੂੰ ਕਿਵੇਂ ਕਾਬੂ ਕਰਨਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਸਿਮਰਨ ਕਰਨਾ ਹੈ। ਆਓ ਥੋੜ੍ਹਾ ਜਿਹਾ ਇਤਿਹਾਸ ਦੇਖੀਏ। ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਮਾਊ ਪਿੰਡ ਹੋਇਆ ਜੀ। ਗੁਰਦੁਆਰਾ ਮਾਊ ਸਾਹਿਬ ਵੀ ਆ ਉੱਥੇ। ਜਦ ਗੁਰੂ ਸਾਹਿਬ ਜੀ ਦੀ ਉੱਥੇ ਬਰਾਤ ਪਹੁੰਚੀ, ਮਾਤਾ ਗੰਗਾ ਜੀ ਦੇ ਨਾਲ ਕਾਰਜ ਹੋਣਾ ਸੀ ਤੇ ਪਿੰਡ ਦੇ ਜਿਹੜੇ ਵਿਪਰ ਪ੍ਰੋਹਿਤ ਸਨ, ਜਦ ਉਹਨਾਂ ਨੂੰ ਪਤਾ ਲੱਗਿਆ ਗੁਰੂ ਅਰਜਨ ਸਾਹਿਬ ਨਾਲ ਹੋਣਾ ਹੈ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਇਸ ਪਿੰਡ ਵਿੱਚ ਗੁਰੂ ਅਰਜਨ ਸਾਹਿਬ ਦੇ ਪੈਰ ਪੈ ਗਏ ਫਿਰ ਇਹ ਪਿੰਡ ਸਾਡੇ ਕਹੇ ਤੋਂ ਬਾਹਰ ਹੋ ਜਾਣਾ। ਅਜ਼ਮਤ ਘੱਟ ਨਹੀਂ ਸੀ ਗੁਰੂ ਅਰਜਨ ਸਾਹਿਬ ਦੀ। ਸੁਣਿਓ, ਉਹਨਾਂ ਨੂੰ ਆਪਣੀ ਫਿਕਰ ਪੈ ਗਈ ਕਿ ਸਖੀ ਸਰਵਰਾਂ ਦਾ ਪ੍ਰਭਾਵ ਘਟਾਉਣ ਵਾਲਾ ਇਸ ਧਰਤੀ ਤੇ ਜੇ ਕੋਈ ਹੈ ਪੰਜਾਬ ਦੀ ਤੇ ਇਕੱਲਾ ਗੁਰੂ ਅਰਜਨ ਸਾਹਿਬ ਹੈ। ਸੁਣਿਓ, ਲੱਖਾਂ ਦਾ ਪ੍ਰਭਾਵ ਸੀ ਜਿਹੜੇ ਮਣੀਆਂ ਨੂੰ ਪੂਜਦੇ ਸਨ, ਪੱਥਰਾਂ ਨੂੰ ਪੂਜਦੇ ਸਨ, ਮਣੀਆਂ ਬਣਾ ਕੇ, ਕਬਰਾਂ ਬਣਾ ਕੇ। ਮਹਾਰਾਜ ਕਹਿੰਦੇ ਮੋਇਆਂ ਨੂੰ ਪੂਜਣ ਦੇ ਨਾਲ ਤੁਸੀਂ ਮੋਏ ਜਾਓਗੇ। ਆਓ ਸਦਾ ਜੀਵਦੇ ਪ੍ਰਭੂ ਨੂੰ ਧਿਆਈਏ, ਜਿਹਨੂੰ ਧਿਆਉਣ ਨਾਲ ਤੁਸੀਂ ਸਦਾ ਅਮਰ ਹੋਗੇ। ਮੇਰੀ ਮਾਂ ਨੇ ਇਹ ਅਸੀਸ ਦਿੱਤੀ ਸੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ
अनंत अनंता रंग तमाशा पूर्ण आसा कबह ना व्यापै चिंता। ये शरीर की उम्र का मैं जिक्र नहीं करता, मैं अंदर दे सदा जीवन का जिक्र करदा, जिन्हों महाराज कहते जीवनों मैं जीवन पाया गुरमुख पाए राम। जिहड़ा गुरु दे राही मिलना है, हर नामो हर नाम देवै, ये नाम अंदर पैदा होएगा, ये दिनों दिन वधेगा, तां इहदे नाल जीवन है। माऊ पिंड पहुँचे तो उत्थे बरात ढुकी है, ये गल पहला नहीं हुई। जिस दिन बरात ढुक गई तो गुरु अर्जन साहब जी की अजमत वेख के, बरात वेख के दन्नां विच उंगलां पवातियां कि एडी अजमत, एडे हाथी, एडे घोड़े, एडे बोते, एडी सारी लुकाई। गुरु अर्जन साहब जी की अजमत, दौलतां शौहरतां दुनिया लुटा रही है गुरु अर्जन साहब के रूप ते। क्यों? क्योंकि गुरु अर्जन साहब लाड़े बने ने, गुरु रामदास जी के पुत्र ने, गुरु रामदास गुरता गद्दी के मालक ने। भाई गुरु रामदास की अजमत घट थोड़ी है। जिथे गुरु रामदास तुरते ने लोकी सोने दियां मोहरां विछाउंदे ने कि साडे लई साडा दाता गुरु रामदास है, जिन्हें सब कुछ सानू दिता। जद ये अजमत गुरु अर्जन साहब की दिती देखी तो पिंड दे पुरोहितां ने ये कह दिता कि साडे पिंड का रिवाज है, असी अपने पिंड की कुड़ी उन्होंने तोरते हैं ਜਿਹੜਾ ਗੱਡੇ ਹੋਏ ਕਿਲੇ ਨੂੰ ਘੋੜੇ ਤੇ ਸਵਾਰ ਹੋ ਕੇ ਬਰਛੇ ਨਾਲ ਪੱਟੇ। ਜੇ ਪੱਟ ਦੇਗਾ ਤੇ ਸਾਡੇ ਪਿੰਡ ਦੀ ਕੁੜੀ ਵਿਆਹ ਕੇ ਲੈ ਜੇ, ਜੇ ਨਹੀਂ ਪਟਿਆ ਜਾਂਦਾ ਤੇ ਭਾਈ ਅਸੀਂ ਕੋਈ ਹੋਰ ਲੱਭ ਲਾਂਗੇ। ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਸੁਣਿਆ ਕਿ ਪਿੰਡ ਦੀ ਰੀਤੀ ਆ ਮਾਊ ਪਿੰਡ ਦੀ ਕਿ ਇੱਥੇ ਆਏ ਲਾੜੇ ਨੂੰ ਵਿਆਹ ਤੋਂ ਪਹਿਲਾਂ ਇਸ ਪਿੰਡ ਰਾਹੀਂ ਖੁੱਲੇ ਮੈਦਾਨ ਦੇ ਵਿੱਚ ਗੱਡੇ ਹੋਏ ਕਿਲੇ ਨੂੰ ਪੱਟਣਾ ਪੈਂਦਾ। ਗੁਰੂ ਅਰਜਨ ਸਾਹਿਬ ਜੀ ਨੂੰ ਗੱਲ ਦੱਸੀ, ਕਹਿੰਦੇ ਗੱਲ ਹੀ ਕੋਈ नहीं। पर गुरु अर्जन साहब समझ गए, अंदर दी रीत जानन वाले एवें थोड़ी तैं जनमत गुरमत ब्रह्म पछाणियो। होरां दे जिहड़े लाड़ियां दे विआह होए उन्होंने कख नूं इकट्ठा करके, कोई किसी एक बल्ली नूं इकट्ठा करके उन्होंने गढ़ के उन्होंने किला बनाता तो उन्हें पटता। पर जद गुरु अर्जन साहब की गल आई, उस पिंड दे पिपरां ने चलाकी ये कीती, जिहड़ा जंड सी ना, जंड नूं वड्ड के जिहदी जड़ अंदर धसी हुई सी ਉਹਨੂੰ ਉੱਤੋਂ ਤਿੱਖਾ ਕਰਕੇ ਵੱਡੇ ਭਾਵ ਗੜੇ ਹੋਏ ਜੰਡ ਨੂੰ ਉੱਤੋਂ ਕਿੱਲਾ ਤੇ ਉਹਦੇ ਉੱਤੇ ਕੱਖ ਬਣ ਕੇ ਕਿਹਾ ਜੀ ਆਹ ਕਿੱਲਾ ਗੜ ਦਿੱਤਾ, ਆਓ ਤਿਆਰੀ ਕਰੋ। ਹੁਣ ਗੜੇ ਹੋਏ ਜੰਡ ਨੂੰ ਕਿੱਲਾ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈ। ਚਲਾਕੀਆਂ ਦੇਖੋ, ਉਹਨੂੰ ਪੱਟਣਾ, ਇਹਦਾ ਮਤਲਬ ਰੁੱਖ ਨੂੰ ਪੱਟਣਾ। ਪੂਰੀ ਜੰਡ ਦੀ ਜੜ, ਜਿਹੜਾ ਪੁਰਾਤਨ ਜੰਡ ਉੱਥੇ ਜੜਿਆ ਹੋਇਆ, ਕਿੱਡਾ ਉਹਦੀਆਂ ਰੁੱਖ ਗੂੜੀਆਂ ਹੋਣਗੀਆਂ। गुरु अर्जुन साहब नाल चलाकी की माऊ पिंड ने लोगों ने। गुरु साहब तैयार बर तैयार घोड़े ते सवार बरछा सज्जे हाथे फड़िया। महाराज जी अकाल के सूत ने जनमत गुरमत ब्रह्म पछाणियो। आप महाराज जी ने उचारना वाक वजन टमक भेरियां मल लथे लेंदे फेरियां, नेते पंज जवान मैं गुरथापी दिती कंड जियो। गुरु रामदास जी का थापड़ा लिया, घोड़े ते सवार होकर सतगुरु जी ने इक्को वार दे नाल जंड वड़ सारा पट दिता। वो जंड का झटका इन्ना सी कि उसी वेले जिहड़ा जिस घोड़े ते सवार सन, अरबी घोड़े ते, वो घोड़ा दरड़िया गया ते दरड़ के घोड़ा बिल्कुल लिफ के विच के मर गया उत्थे। एडा तेज झटका सी जंड नूं पट्टण दा कि पूरे रुख नूं पटिया गुरु अर्जन साहब जी दे बल ने। पर वो जिहड़ा झटका सी उसी वेले घोड़ा जिहड़ा दरड़िया गया सी विच गया जमीन ते, खत्म हो गया। पर गुरु साहब ने जंड पट दिता। माऊ पिंड दे बिपर वड्डे जिन्ने सानू हैरान हो गए, ये की हो गया कि जंड नूं पट दिता, घोड़ा मर गया, घोड़ा खत्म हो गया। गुरु अर्जुन साहब ने जंड नूं पटिया, पर गुरु अर्जुन साहब ने थोड़ी जी नाराज़गी दिखाई कि पिंड दे लोग, हाँ ये इतिहास अगे चलदा है, ये इतिहास की इत्थे रीत खत्म नहीं होंदी। बड़े ढाडियां ने इहदे उत्ते ढड गाए ने, बड़े कवियां ने इहदे उत्ते माऊ पिंड दे विच जिहड़ा जिक्र होया। गुरु अर्जुन साहब ने यह भी कहा कि नहीं हुण नहीं, इस तरह नहीं। गुरु रामदास जी नाल सलाह भी हुई कि ये तो धोखा होया, पर सतगुरु जी ने अपने उत्ते मन के उत्ते कख भी नहीं लिया। कई इतिहासकार ये भी कहते हैं कि माता गंगा जी ने फिर लिखती चिट्ठी भेजी जिथे बैठी सी बरात कि तुसी पिंड नूं माफ़ करो, तुसी आयो, मैं तुहाडी हाँ ते मैं हुण तुहानूं चित लिया, सिमरन कर लिया कि तुहाडे नाल जावांगी। खैर गुरु अर्जुन साहब जिथे सिमरन दे मुजस्मे ने, उथे बल दे भी सब तो वड्डे बलवान सूरमे ने, जिन्हां ने जंड नूं पटता सी माऊ पिंड दे विच। ये इतिहास है। माता गंगा जी दे नाल सतगुरु जी दा विआह होया।
ਵਾਪਸ ਆਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਇਹ ਸਾਰਾ ਜੀਵਨ ਸਤਿਗੁਰੂ ਜੀ ਦਾ ਜਿਹੜਾ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਉਹ ਸਮਾਂ ਆਉਣ ਵਾਲਾ ਹੈ ਜਿਸ ਸਮੇਂ 'ਚ ਸਤਿਗੁਰੂ ਜੀ ਨੇ ਰਾਮਸਰ ਸਾਹਿਬ ਦੀ ਧਰਤੀ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਉਣੀ ਹੈ। ਤਕਰੀਬਨ ਇਤਿਹਾਸ 3 ਸਾਲਾਂ ਦਾ ਸਮਾਂ ਲਿਖਦਾ ਹੈ ਜਦ ਸਤਿਗੁਰੂ ਜੀ ਨੇ ਆਪ ਭਾਈ ਗੁਰਦਾਸ ਜੀ ਤੋਂ ਇਸ ਬਾਣੀ ਦੇ ਇੱਕ ਇੱਕ ਅੱਖਰ ਨੂੰ ਸੰਪਾਦਿਤ ਕਰਾਇਆ। ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਤੇ ਮੁੰਦਾਵਣੀ ਤੱਕ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ। ਮੁੰਦਾਵਣੀ ਜੇ ਜਪਦੀ ਦੇ ਵਿੱਚ ਜ਼ਿਕਰ ਹੈ ਸੁਣਿਆ ਸਤ ਸੰਤੋਖ ਗਿਆਨ, ਤੇ ਸਤਿਗੁਰੂ ਜੀ ਨੇ ਮੁੰਦਾਵਣੀ ਵੀ ਆਖਿਆ ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਇਹ 3 ਦਾਤਾਂ ਗੁਰੂ ਅਰਜਨ ਸਾਹਿਬ ਜੀ ਦੇ ਸਿਮਰਨ ਵਿੱਚੋਂ ਮਿਲਦੀਆਂ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸਿਮਰਨ ਕਰੀਏ ਭਾਈ, ਆਸੇ ਪਾਸੇ ਦੇ ਦੇਹਧਾਰੀਆਂ ਦਾ ਸਿਮਰਨ ਛੱਡੀਏ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਐਸੇ ਵੱਡੇ ਦਾਤੇ ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਦਾ ਸਿਮਰਨ, ਜਿਨ੍ਹਾਂ ਦੇ ਸਿਮਰਨ ਦਾ ਅੰਤ ਕੋਈ ਨਹੀਂ ਪਾ ਸਕਿਆ। ਭੱਟ ਕੀ ਕਹਿੰਦੇ, ਅੰਤ ਨਾ ਪਾਵਤ ਦੇਵ ਸਭੈ ਮੁਨ। ਸਾਰੇ ਦੇਵਿਆਂ ਦੇਵਤਿਆਂ ਨੂੰ ਬਿਠਾ ਦਿਓ ਤੇ ਸਾਰਿਆਂ ਨੂੰ ਇਕੱਠੇ ਕਹੋ ਸਿਮਰਨ ਕਰੋ, ਤਾਂ ਵੀ ਗੁਰੂ ਅਰਜਨ ਸਾਹਿਬ ਦਾ ਕੀਤਾ ਹੋਇਆ ਸਿਮਰਨ ਉਹਨਾਂ ਸਾਰਿਆਂ ਦੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ। ਦੁਨੀਆ ਦੇ ਜਿੰਨੇ ਜੋਗ ਵੀ ਸਾਧੇ ਜਾਣ ਗੁਰੂ ਅਰਜਨ ਸਾਹਿਬ ਦੇ ਸਿਮਰਨ ਦੇ ਬਰਾਬਰ ਨਹੀਂ। ਅੰਤ ਨਾ ਪਾਵਤ, ਇਹ ਨਾ ਕਹੋ ਕਿ ਮੈਂ ਕੋਈ ਗੱਲ ਆਪਣੇ ਵੱਲੋਂ ਕਹਿ ਰਿਹਾ, ਜੋ ਬਾਣੀ ਦਾ ਫਰਮਾਨ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ। ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਘਰੀ। ਦੁਨੀਆ ਦੇ ਸਾਰੇ ਵੇਦੀਆਂ ਨੂੰ, ਜਿਨ੍ਹਾਂ ਨੂੰ ਵੇਦਾਂ ਦੇ ਸਾਰੇ ਪਾਠ ਕੰਠ ਨੇ, ਉਹਨਾਂ ਨੂੰ ਲਗਾਤਾਰ ਦਿਨ ਰਾਤ ਜਾਪ ਕਰਨ ਵਾਸਤੇ ਵੇਦ ਉੱਤਮ ਨੇ, ਵੇਦਾਂ ਦੇ ਪਾਠ ਵੀ ਉੱਤਮ ਨੇ, ਪਾਠ ਤਾਕਤ ਰੱਖਦੇ ਨੇ। ਪਰ ਉਹ ਸਿਮਰਤੀ ਜਿਹੜੀ ਸਿਮਰਤੀ ਦੇ ਅੰਦਰ ਪਾਠ ਵਸ ਰਿਹਾ ਉਹਨਾਂ ਦੇ ਅੰਦਰ ਇਹੋ ਜਿਹਾ ਧਿਆਨ ਨਹੀਂ ਹੋਏਗਾ ਜਿਹੋ ਜਿਹਾ ਧਿਆਨ ਗੁਰੂ ਅਰਜਨ ਸਾਹਿਬ ਦੀ ਸਿਮਰਤੀ ਵਿੱਚ ਸੀ। ਗੱਲ ਤੇ ਧਿਆਨ ਦੀ ਹੈ ਨਾ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਨੀ। ਇਹ ਧਿਆਨ ਇਹੋ ਜਿਹਾ ਜਿਵੇਂ ਮੱਛੀ ਦਾ ਪਾਣੀ ਵਿੱਚ ਹੁੰਦਾ ਕਿ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਜ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰੈ ਪਾਨੀ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬਹਿ ਕੇ ਵੀ ਉਸ ਵਾਹਿਗੁਰੂ ਦੇ ਧਿਆਨ ਵਿੱਚ ਸਨ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ। ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਚਾਪ ਨਾ ਛਾੜਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ। ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸਾਰੇ ਜਪੋ ਰਾਮਦਾਸ ਗੁਰੂ ਜਗ ਤਾਰਨ ਕੋ। ਰਾਮਦਾਸ ਗੁਰੂ ਗੁਰ ਜੋਤ ਅਰਜੁਨ ਮਾਹਿ ਤਰੀ ਗੁਰ ਜੋਤ। ਔਰ ਗੁਰੂ ਅਰਜਨ ਸਾਹਿਬ ਦਾ ਸਿਮਰਨ ਪਹਿਲੇ 4 ਗੁਰੂ ਸਾਹਿਬਾਨਾਂ ਨੂੰ ਸਿਜਦਾ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਿਹ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਜਪੋ। ਮੂਰਤ ਪੰਚ ਪਰਮਾਨ ਪੁਰਖ। ਗੁਰ ਅਰਜੁਨ ਪਿੱਖੋ ਨੈਣ। ਗੁਰ ਅਰਜੁਨ ਉਹ ਦੁਨੀਆ ਦੇ ਲੋਕੋ, ਉਹ ਗੁਰੂ ਕੇ ਸਿੱਖੋ, ਅੱਖਾਂ ਵਿੱਚ ਕਿਸੇ ਨੂੰ ਟਿਕਾਉਣਾ ਤੇ ਗੁਰੂ ਅਰਜਨ ਸਾਹਿਬ ਦੇ ਸਿਮਰਨ ਨੂੰ ਟਿਕਾਓ। ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਨੂੰ ਟਿਕਾਓ ਜਿਹਦਾ ਸਿਮਰਨ ਦੀਨ ਦੁਨੀ ਦੀ ਤਾਕਤ ਰੱਖਦਾ ਹੈ। ਸਤਿਗੁਰ ਜੀ ਬਖਸ਼ਿਸ਼ ਕਰਨ। ਸਮੇਂ ਦੀ ਸਮਾਪਤੀ ਹੈ। ਇੰਨੀ ਕੁ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਬਖਸ਼ ਦੇਣਾ ਜੀ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ ਬੇਅੰਤ ਹੈ। ਹਜੇ ਕਹੀਏ ਇਹ ਵਿਚਾਰਾਂ ਸੰਪੂਰਨ ਹੋ ਗਈਆਂ, ਸਮਾਂ ਘੱਟ ਹੈ। ਬੰਦਿਆਂ ਦੀ ਦਿਮਾਗ ਲਿਖਤ ਤੇ ਜ਼ੁਬਾਨ ਸੰਪੂਰਨ ਹੋ ਸਕਦੀ ਹੈ, ਖਤਮ ਹੋ ਸਕਦੀ ਹੈ, ਪਰ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਵਿਚਾਰ ਕਦੀ ਸੰਪੂਰਨ ਨਹੀਂ ਹੋ ਸਕਦੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇ